ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਬਲਵੰਤ ਗਾਰਗੀ ਦੇ ਜੀਵਨ, ਰਚਨਾ ਪ੍ਰਕਿਰਿਆ ਅਤੇ ਉਹਨਾਂ ਦੁਆਰਾ ਰਚਿਤ ਪੈਂਤੜੇਬਾਜ਼ ਇਕਾਂਗੀ ਦੀ ਸਮੀਖਿਆ ਕਰਨ ਲਈ ਹਾਜ਼ਰ ਹੋਏ ਹਾਂ। ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਅਤੇ ਸਾਹਿਤਕ ਸੱਥ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਗਈਆਂ ਲੈਕਚਰ ਲੜੀਆਂ ਵੀ ਸੁਣ ਲੈਣਾ ਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਦੇ ਨਾਲ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਬਲਵੰਤ ਗਾਰਗੀ ਪੰਜਾਬੀ ਨਾਟਕ ਦੇ ਖੇਤਰ ਦੇ ਵਿੱਚ ਇੱਕ ਅਜਿਹੀ ਚੁੰਬਕੀ ਸ਼ਖਸੀਅਤ ਹਨ ਜੋ ਕਿਸੇ ਵਿਸ਼ੇਸ਼ ਜਾਣ ਪਛਾਣ ਦੇ ਮੁਹਤਾਜ ਨਹੀਂ। ਇਹਨਾਂ ਦੇ ਆਗਮਨ ਦੇ ਨਾਲ ਪੰਜਾਬੀ ਨਾਟਕ ਵਿਸ਼ਵ ਪੱਧਰ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੈ। ਬਲਵੰਤ ਗਾਰਗੀ ਨੂੰ ਅਸੀਂ ਸੰਤ ਸਿੰਘ ਸੇਖੋਂ ਅਤੇ ਡਾਕਟਰ ਹਰਚਰਨ ਸਿੰਘ ਦੇ ਵਿਚਾਲੇ ਦੀ ਇੱਕ ਅਜਿਹੀ ਉੱਘੀ ਸ਼ਖਸੀਅਤ ਦਾ ਦਰਜਾ ਦੇ ਸਕਦੇ ਹਾਂ ਜਿਸ ਦੇ ਆਗਮਨ ਦੇ ਨਾਲ ਪੰਜਾਬੀ ਨਾਟਕ ਜੋ ਵਿਸ਼ੇ ਪੱਖੋਂ ਨਿਵੇਕਲੇਪਣ ਨੂੰ ਹਾਸਲ ਕਰਦਾ ਹੈ ਜਾਂ ਨਰੋਏ ਵਿਸ਼ਿਆਂ ਦਾ ਪ੍ਰਵੇਸ਼ ਹੁੰਦਾ ਹੈ ਪੰਜਾਬੀ ਨਾਟਕ ਦੇ ਖੇਤਰ ਦੇ ਵਿੱਚ ਔਰ ਸਟੇਜੀ ਪੱਧਰ 'ਤੇ ਵੀ ਉੱਚੇ ਮੁਕਾਮ ਵੱਲ ਨੂੰ ਵੱਧਦਾ ਹੈ। ਬਲਵੰਤ ਗਾਰਗੀ ਦਾ ਜਨਮ 4 ਦਸੰਬਰ 1916 ਈਸਵੀ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਸ਼ਹਿਣਾ ਵਿਖੇ ਹੁੰਦਾ ਹੈ। ਸਿੱਖਿਆ ਇਹਨਾਂ ਨੇ MA ਅੰਗਰੇਜ਼ੀ ਅਤੇ ਰਾਜਨੀਤੀ ਸ਼ਾਸਤਰ ਦੇ ਵਿੱਚ FC ਕਾਲਜ ਲਾਹੌਰ ਤੋਂ ਹਾਸਲ ਕੀਤੀ। ਕਿੱਤੇ ਵਜੋਂ ਇਹ ਇੱਕ ਪ੍ਰੋਫੈਸਰ ਸਨ ਕਿਉਂਕਿ ਇਹਨਾਂ ਨੇ ਅਮਰੀਕਾ ਦੀ ਸਿਆਟਲ ਸ਼ਹਿਰ ਦੇ ਵਿੱਚ ਵੀ ਉੱਥੋਂ ਦੀ ਯੂਨੀਵਰਸਿਟੀ ਦੇ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਥੀਏਟਰ ਦੇ ਖੇਤਰ ਦੇ ਵਿੱਚ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਥੀਏਟਰ ਵਿਭਾਗ ਦੇ ਵਿੱਚ ਵੀ ਇੱਕ ਪ੍ਰੋਫੈਸਰ ਵਜੋਂ ਅਤੇ ਮੁਖੀ ਵਜੋਂ ਇਹਨਾਂ ਨੇ ਕਾਫੀ ਲੰਬਾ ਸਮਾਂ ਕੰਮ ਕੀਤਾ। ਇਹ ਸੁਤੰਤਰ ਲੇਖਕ ਦੇ ਰੂਪ ਵਿੱਚ ਜਾਣੇ ਜਾਂਦੇ ਰਹੇ। ਨਾਟਕਕਾਰ ਵੀ ਸਨ, ਨਾਟਕ ਨਿਰਦੇਸ਼ਕ ਵੀ ਸਨ ਅਤੇ ਪੱਤਰਕਾਰੀ ਵੀ ਇਹਨਾਂ ਨੇ ਕੀਤੀ। ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੀ ਪਤਨੀ ਜੀਨੀ ਜੋ ਕਿ ਅਮਰੀਕਾ ਦੀ ਸਿਆਟਲ ਯੂਨੀਵਰਸਿਟੀ ਦੇ ਵਿੱਚ ਹੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਈ ਔਰ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਈ। ਇਹਨਾਂ ਦੀ ਇੱਕ ਬੇਟੀ ਜੰਨਤ ਅਤੇ ਬੇਟਾ ਮਨੂ ਗਾਰਗੀ ਸਨ। ਇਸ ਤੋਂ ਬਾਅਦ ਸਾਹਿਤ ਖੇਤਰ ਦੇ ਵਿੱਚ ਇਹਨਾਂ ਦੀ ਜੋ ਦੇਣ ਹੈ ਜਾਂ ਨਿਵੇਕਲਾ ਯੋਗਦਾਨ ਹੈ ਉਸ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਪੂਰੇ ਨਾਟਕ ਲਿਖੇ। ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਨੇ ਲੋਹਾ ਕੁੱਟ ਨਾਟਕ ਲਿਖ ਕੇ 1944 ਦੇ ਵਿੱਚ ਪੰਜਾਬੀ ਨਾਟਕ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਅਤੇ ਇਹ ਨਾਟਕ ਜੋ ਸੀ ਇਸ ਨੇ ਇਹਨਾਂ ਨੂੰ ਪੰਜਾਬੀ ਨਾਟਕ ਦੇ ਖੇਤਰ ਦੇ ਵਿੱਚ ਇੱਕ ਜੋ ਹੈ ਉੱਘੀ ਜਾਣ ਪਛਾਣ ਜਾਂ ਉੱਘੀ ਥਾਂ ਇਹਨਾਂ ਦੀ ਬਣਾ ਦਿੱਤੀ ਕਿਉਂਕਿ ਲੋਹਾ ਕੁੱਟ ਨਾਟਕ ਦੇ ਵਿੱਚ ਗਾਰਗੀ ਨੇ ਪ੍ਰੀਤ ਸੰਬੰਧਾਂ ਦੇ ਵਿੱਚ ਰੋਮਾਂਟਿਕ ਬਗਾਵਤ ਦਾ ਪ੍ਰਚਾਰ ਕੀਤਾ ਜਿਸ ਸਦਕਾ ਇਹ ਉਸ ਵੇਲੇ ਦੇ ਸ਼ਿਗਲੀਗਰ ਸਮਾਜ ਦੀ ਜੋ ਇੱਕ ਕਹਿ ਸਕਦੇ ਹਾਂ ਕਿ ਵਿਰੋਧਤਾ ਦਾ ਵੀ ਕਾਰਨ ਬਣੇ ਔਰ ਸ਼ਿਗਲੀਗਰ ਸਮਾਜ ਨੇ ਇਹਨਾਂ ਦੇ ਉੱਤੇ ਉਸ ਵੇਲੇ ਅਦਾਲਤ ਦੇ ਵਿੱਚ ਇੱਕ ਕੇਸ ਵੀ ਦਾਇਰ ਕੀਤਾ। ਸੈਲ ਪੱਥਰ, ਬਿਸਵੇਦਾਰ, ਕੇਸਰੋ, ਨਵਾਂ ਮੁੱਢ, ਘੁੱਗੀ, ਸੋਹਣੀ ਮਹੀਵਾਲ, ਕਣਕ ਦੀ ਬੱਲੀ, ਧੂਣੀ ਦੀ ਅੱਗ, ਗਗਨ ਮੈਂਥਾਲ, ਸੁਲਤਾਨ ਰਜ਼ੀਆ ਅਤੇ ਸੌਂਕਣ ਅਤੇ ਅਭਿਸਾਰਿਕਾ ਇਹਨਾਂ ਦੇ ਪੂਰੇ ਨਾਟਕ ਹਨ। ਇਕਾਂਗੀ ਸੰਗ੍ਰਹਿ ਹਨ ਇਹਨਾਂ ਦੇ ਕੁਆਰੀ ਟੀਸੀ, ਦੋ ਪਾਸੇ, ਪੱਤਣ ਦੀ ਬੇੜੀ, ਦਸਵੰਧ, ਦੁੱਧ ਦੀ ਧਾਰ, ਚਾਕੂ ਅਤੇ ਪੈਂਤੜੇਬਾਜ਼। TV ਨਾਟਕ ਸੰਗ੍ਰਹਿ ਇਹਨਾਂ ਨੇ ਐਕਟਰਸ ਨਾਮ ਦਾ ਲਿਖਿਆ। ਨਾਟਕ ਅਤੇ ਰੰਗਮੰਚ ਕਲਾ ਦੇ ਖੇਤਰ ਦੇ ਵਿੱਚ ਇਹਨਾਂ ਨੇ ਰੰਗਮੰਚ ਅਤੇ ਲੋਕ ਨਾਟਕ ਨਾਮ ਦੀਆਂ 2 ਪੁਸਤਕਾਂ ਲਿਖੀਆਂ। ਰੰਗਮੰਚ ਪੁਸਤਕ ਨੂੰ ਇਹਨਾਂ ਸਦਕਾ ਇਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਵੀ ਹਾਸਲ ਹੋਇਆ। ਇਸ ਤੋਂ ਬਾਅਦ ਆ ਜਾਂਦਾ ਹੈ ਇਹਨਾਂ ਦੇ ਕਹਾਣੀ ਸੰਗ੍ਰਹਿ ਜਿਨ੍ਹਾਂ ਦੇ ਵਿੱਚ ਡੁੱਲੇ ਬੇਰ, ਮਿਰਚਾਂ ਵਾਲਾ ਸਾਧ, ਕਾਲਾ ਅੰਬ ਤੇ ਪਿਆਜੀ ਚੁੰਨੀ ਕਾਫੀ ਮਕਬੂਲੀਅਤ ਹਾਸਲ ਰੱਖਦੇ ਹਨ। ਨਾਵਲ ਇਹਨਾਂ ਦਾ ਕੱਕਾ ਰੇਤਾ ਅਤੇ ਕਾਲੀ ਧੁੱਪ ਦੇ ਨਾਂ ਨਾਲ ਪ੍ਰਸਿੱਧ ਹਨ। ਸਫ਼ਰਨਾਮਾ, ਪਤਾਲ ਦੀ ਧਰਤੀ ਜੋ ਕਿ ਅਮਰੀਕਾ ਦੀ ਯਾਤਰਾ ਦੇ ਨਾਲ ਸੰਬੰਧਿਤ ਹੈ। ਰੇਖਾ ਚਿੱਤਰ ਦੇ ਖੇਤਰ ਦੇ ਵਿੱਚ ਵੀ ਇਹਨਾਂ ਨੂੰ ਉੱਚਾ ਮੁਕਾਮ ਹਾਸਿਲ ਹੈ ਕਿਉਂਕਿ ਸੁਰਮੇ ਵਾਲੀ ਅੱਖ, ਕੌਡੀਆਂ ਵਾਲਾ ਸੱਪ, ਨਿੰਮ ਦੇ ਪੱਤੇ, ਹੁਸੀਨ ਚਿਹਰੇ, ਕਾਸ਼ਨੀ ਵਿਹੜਾ, ਸ਼ਰਬਤ ਦੀਆਂ ਘੁੱਟਾਂ ਆਦਿ ਰੇਖਾ ਚਿੱਤਰ ਲਿਖ ਕੇ ਜੋ ਕਿ ਉਸ ਵੇਲੇ ਦੀਆਂ ਕਾਫੀ ਜੋ ਉੱਚੀਆਂ ਸ਼ਖਸੀਅਤਾਂ ਸਨ ਜਾਂ ਸਾਹਿਤਕ ਸ਼ਖਸੀਅਤਾਂ ਸਨ ਜਾਂ ਥੀਏਟਰ ਦੇ ਨਾਲ ਸੰਬੰਧਿਤ ਰੱਖਦੀਆਂ, ਫਿਲਮ ਜਗਤ ਦੇ ਨਾਲ ਜਾਂ ਨਰਿਤ ਦੇ ਖੇਤਰ ਦੇ ਵਿੱਚ ਜੋ ਉੱਘੀਆਂ ਸ਼ਖਸੀਅਤਾਂ ਸਨ ਉਹਨਾਂ ਦੇ ਰੇਖਾ ਚਿੱਤਰ ਲਿਖ ਕੇ
ਇਹਨਾਂ ਨੇ ਕਾफ़ी ਵਿਰੋਧਤਾ ਵੀ ਉਸ ਸਮੇਂ ਦੇ ਸਮਾਜ ਦੇ ਵਿੱਚ ਜੋ ਸਹੇੜੀ, ਕਿਉਂਕਿ ਬਲਵੰਤ ਗਾਰਗੀ ਇੱਕ ਅਜਿਹਾ ਲੇਖਕ ਹੈ ਜੋ ਹੈ ਗੱਲ ਨੂੰ ਬੜਾ ਚਸਕੇ ਲੈ ਕੇ ਪੇਸ਼ ਕਰਨ ਵਾਲਾ ਸ਼ਾਇਰ ਹੈ। ਭਾਵ ਦੂਸਰਿਆਂ ਦੇ ਪ੍ਰਤੀ ਲਿਖਣ ਦੇ ਵਿੱਚ ਇਹ ਬੜਾ ਬੇਲਿਹਾਜ਼ ਹੋ ਕੇ ਲਿਖਦਾ ਹੈ ਅਤੇ ਨਾਲ ਨਾਲ ਦੂਸਰਿਆਂ ਨੂੰ ਜੋ ਹੈ ਇੱਕ ਤਰ੍ਹਾਂ ਦੇ ਨਾਲ ਚੋਭ ਮਾਰਨੀ ਜਾਂ ਗੁੱਝਾ ਵਿਅੰਗ ਕਰਨਾ ਇਹਦੀ ਜ਼ਿੰਦਗੀ ਦਾ ਇੱਕ ਹਾਸਿਲ ਹੈ। ਦੂਜਿਆਂ ਨੂੰ ਕਟਘੜੇ ਦੇ ਵਿੱਚ ਖੜਾ ਕਰਨਾ ਅਤੇ ਆਪ ਦੂਰ ਖਲੋ ਕੇ ਮਸ਼ਕਰੀ ਹੱਸਣਾ ਇਹਦੀ ਵਿਸ਼ੇਸ਼ਤਾ ਹੈ। ਸਨਮਾਨ ਇਹਨਾਂ ਨੇ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਤੋਂ ਹਾਸਲ ਕੀਤਾ ਅਤੇ ਮੌਤ ਇਹਨਾਂ ਦੀ 22 ਅਪ੍ਰੈਲ 2003 ਈਸਵੀ ਦੇ ਵਿੱਚ ਹੁੰਦੀ ਹੈ। ਬਲਵੰਤ ਗਾਰਗੀ ਦੁਆਰਾ ਰਚਿਤ ਜਿੰਨੀਆਂ ਵੀ ਰਚਨਾਵਾਂ ਹਨ, ਭਾਵ ਨਾਟਕ ਜਾਂ ਇਕਾਂਗੀ ਦੇ ਖੇਤਰ ਦੇ ਵਿੱਚ ਇਹਨਾਂ ਦੀਆਂ ਜੋ ਵੀ ਸਾਹਿਤਕ ਕਿਰਤਾਂ ਹਨ, ਉਹਨਾਂ ਦੇ ਵਿੱਚ ਜੋ ਇਹਨਾਂ ਨੇ ਵੰਨ ਸੁਵੰਨੇ ਵਿਸ਼ੇ ਚੁਣੇ, ਉਹਨਾਂ ਦੇ ਵਿੱਚ ਨਾਰੀ ਜੋ ਇਹਨਾਂ ਦਾ ਇੱਕ ਕੇਂਦਰ ਬਿੰਦੂ ਬਣ ਕੇ ਰਹੀ ਹੈ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ, ਭਾਵੇਂ ਜੋ ਹੈ ਨਾਰੀ ਦੇ ਮਨੋਵਿਗਿਆਨ ਸੰਬੰਧਿਤ ਗੱਲ ਹੋਵੇ ਜਾਂ ਜੋ ਪ੍ਰੇਮ ਸੰਬੰਧਾਂ ਨੂੰ ਉਜਾਗਰ ਕਰਨ ਦੀ ਗੱਲ ਹੋਵੇ ਜਾਂ ਨਾਰੀ ਦੀ ਜੋ ਮਾਨਸਿਕਤਾ ਹੈ ਉਸ ਦੇ ਦਵੰਦ ਨੂੰ ਪੇਸ਼ ਕਰਨਾ ਹੋਵੇ, ਇਹ ਸਾਰੀਆਂ ਖੂਬੀਆਂ ਜੋ ਹਨ ਉਹ ਬਲਵੰਤ ਗਾਰਗੀ ਦੇ ਨਾਟਕਾਂ ਦਾ ਇੱਕ ਧੁਰਾ ਬਣੀਆਂ ਹਨ। ਇਹਨਾਂ ਨੇ ਅਨਪੜ੍ਹਤਾ ਜਿਹੀ ਸਮੱਸਿਆ ਨੂੰ ਜੋ ਹੈ ਇਹਨਾਂ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਦਾ ਇੱਕ ਮੁੱਖ ਕਾਰਨ ਮੰਨਿਆ ਹੈ। ਪ੍ਰੇਮ ਸੰਬੰਧਾਂ ਨੂੰ ਵੀ ਇਹਨਾਂ ਨੇ ਬੜਾ ਮੁਖਰ ਹੋ ਕੇ ਪੇਸ਼ ਕੀਤਾ ਹੈ ਔਰ ਅਗਾਂਹ ਵਧੂ ਦ੍ਰਿਸ਼ਟੀਕੋਣ ਹੋਣ ਸਦਕਾ ਇਹਨਾਂ ਨੇ ਸਮਾਜਵਾਦੀ ਜਾਂ ਯਥਾਰਥਵਾਦੀ ਵਿਸ਼ਿਆਂ ਨੂੰ ਵੀ ਪ੍ਰਗਟਾਇਆ ਹੈ ਆਪਣੀਆਂ ਰਚਨਾਵਾਂ ਦੇ ਵਿੱਚ। ਅਤੇ ਇਤਿਹਾਸਕ ਪੱਖ ਤੋਂ ਵੀ ਇਹਨਾਂ ਦੇ ਨਾਟਕ ਕਾਫੀ ਮਹੱਤਤਾ ਰੱਖਦੇ ਹਨ, ਜਿਵੇਂ ਕਿ ਇਹਨਾਂ ਦੇ ਨਾਟਕਾਂ ਦੇ ਕੁਝ ਨਾਮ ਵੀ ਹਨ, ਜਿਵੇਂ ਕਹਿ ਸਕਦੇ ਹਾਂ ਕਿ ਰਜ਼ੀਆ ਸੁਲਤਾਨ ਜੋ ਕਿ ਇੱਕ ਇਤਿਹਾਸਕ ਸ਼ਖਸੀਅਤ ਹੈ, ਗਗਨ ਮੈਂਥਾਲ ਆਦਿ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਸਮੇਂ ਦੇ ਇਤਿਹਾਸ ਨੂੰ ਕੇਂਦਰ ਬਿੰਦੂ ਬਣਾ ਕੇ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਜੋ ਸਾਡਾ ਹਥਲਾ ਇਕਾਂਗੀ ਹੈ, ਪੈਂਤੜੇਬਾਜ਼। ਪੈਂਤੜੇਬਾਜ਼ ਇਕਾਂਗੀ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ, ਪੈਂਤੜੇਬਾਜ਼ ਅਸਲ ਦੇ ਵਿੱਚ ਇਸ ਦਾ ਸ਼ਾਬਦਿਕ ਅਰਥ ਜੋ ਹੈ ਅਸੀਂ ਕਵਾਂਗੇ ਚਾਲਬਾਜ਼ ਮਨੁੱਖ, ਜਿਹੜਾ ਮਨੁੱਖ ਹਮੇਸ਼ਾ ਦੂਸਰਿਆਂ ਨੂੰ ਆਪਣੀਆਂ ਚਾਲਾਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਗਲੇ ਦੀਆਂ ਚਾਲਾਂ ਤੋਂ ਬਚਣ ਦੇ ਲਈ ਵੀ ਪੂਰਾ ਸਾਵਧਾਨ ਹੁੰਦਾ ਹੈ, ਉਸ ਨੂੰ ਅਸੀਂ ਚਾਲਬਾਜ਼ ਜਾਂ ਪੈਂਤੜੇਬਾਜ਼ ਕਹਿ ਸਕਦੇ ਹਾਂ। ਔਰ ਇਸ ਇਕਾਂਗੀ ਦਾ ਜੋ ਪਾਤਰ ਹੈ, ਖਾਸ ਕਰਕੇ ਇਸ ਇਕਾਂਗੀ ਦੇ ਵਿੱਚ ਕੁੱਲ 4 ਪਾਤਰ ਹਨ, ਪਰ 2 ਪਾਤਰ ਜਿਹੜੇ ਮੁੱਖ ਹਨ ਜਿਨ੍ਹਾਂ ਦੇ ਆਲੇ ਦੁਆਲੇ ਸਾਰੀ ਇਕਾਂਗੀ ਦੀ ਰਚਨਾ ਹੁੰਦੀ ਹੈ। ਇੱਕ ਹੈ ਬਾਂਕੇ ਲਾਲ ਤਿਵਾੜੀ। ਬਾਂਕੇ ਲਾਲ ਤਿਵਾੜੀ ਅਤੇ ਹਰੀਸ਼ ਚੰਦਰ ਖੰਨਾ ਜੋ ਹੈ, ਇਹ ਦੋਵੇਂ 2 ਬਚਪਨ ਦੇ ਦੋਸਤ ਹਨ, ਇਕੱਠੇ ਪੜ੍ਹੇ ਹਨ ਕਾਲਜ ਦੇ ਜ਼ਮਾਨੇ ਤੱਕ, ਇਕੱਠੇ ਇਹਨਾਂ ਨੇ ਸਟੇਜਾਂ ਦੇ ਉੱਤੇ ਆਪਣੀ ਪ੍ਰਤਿਭਾ ਵੀ ਵਿਖਾਈ ਹੈ ਔਰ ਬੜੇ ਲੰਬਾ ਸਮੇਂ ਬਾਅਦ ਇਹ ਮਿਲੇ ਹਨ ਦੋਵੇਂ ਦੋਸਤ। ਬਾਂਕੇ ਲਾਲ ਤਿਵਾੜੀ ਜੋ ਹੈ ਹਰੀਸ਼ ਖੰਨਾ ਨੂੰ ਮਿਲਣ ਵਾਸਤੇ ਬੰਬਈ ਤੋਂ ਸਪੈਸ਼ਲ ਚੱਲ ਕੇ ਆਉਂਦਾ ਹੈ, ਪਰ ਇੱਥੇ ਇੱਕ ਧਿਆਨਯੋਗ ਨੁਕਤਾ ਇਹ ਹੈ ਕਿ ਬਾਂਕੇ ਲਾਲ ਤਿਵਾੜੀ ਜੋ ਹੈ ਹਰੀਸ਼ ਨੂੰ ਮਿਲਣ ਵਾਸਤੇ ਜੇਕਰ ਆਉਂਦਾ ਹੈ ਤਾਂ ਉਸਦੇ ਆਉਣ ਦਾ ਕਾਰਨ ਇਹ ਨਹੀਂ ਹੈ ਕਿ ਉਸਦੇ ਮਨ ਦੇ ਵਿੱਚ ਹਰੀਸ਼ ਚੰਦਰ ਖੰਨਾ ਨੂੰ ਮਿਲਣ ਦੀ ਕੋਈ ਤਾਂਘ ਹੈ ਜਾਂ ਚਾਹਤ ਹੈ ਜਾਂ ਉਹਨਾਂ ਦੀ ਕੋਈ ਬਚਪਨ ਦੀਆਂ ਦੋਸਤੀ ਦੀਆਂ ਜੋ ਸੁਨਹਿਰੀ ਯਾਦਾਂ ਜਿਹੜੀਆਂ ਸਾਂਝੀਆਂ ਕਰਨਾ ਚਾਹੁੰਦਾ ਹੈ ਜਾਂ ਉਸ ਨੂੰ ਮਿਲਣਾ ਚਾਹੁੰਦਾ ਹੈ, ਔਰ ਨਾ ਹੀ ਹਰੀਸ਼ ਚੰਦਰ ਦੇ ਮਨ ਦੇ ਵਿੱਚ ਹੀ ਬਾਂਕੇ ਲਾਲ ਦੇ ਪ੍ਰਤੀ ਕੋਈ ਪ੍ਰੇਮ ਭਾਵ ਹਨ। ਅਸਲ ਦੇ ਵਿੱਚ ਬਾਂਕੇ ਲਾਲ ਤਿਵਾੜੀ ਜੋ ਹੈ ਉਹ ਇੱਕ ਵਪਾਰੀ ਕਿਸਮ ਦਾ ਇਨਸਾਨ ਹੈ ਜਿਹੜਾ ਬੰਬੇ ਦੇ ਵਿੱਚ ਇੱਕ ਫਿਲਮ ਕੰਪਨੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਦੇ ਵਿੱਚ ਹਰੀਸ਼ ਚੰਦਰ ਨੂੰ ਖੰਨਾ ਨੂੰ ਆਪਣਾ ਹਿੱਸੇਦਾਰ ਬਣਾਉਣਾ ਚਾਹੁੰਦਾ ਹੈ। ਭਾਵ ਉਹ ਜੇਕਰ ਹਰੀਸ਼ ਚੰਦਰ ਨੂੰ ਮਿਲਣ ਵਾਸਤੇ ਆਇਆ ਹੈ ਅਤੇ ਉਸਦੇ ਆਉਣ ਦਾ ਕਾਰਨ ਸਿਰਫ ਕਾਰੋਬਾਰੀ ਹੈ, ਪਰ ਉਹ ਜ਼ਾਹਿਰ ਇਸ ਤਰ੍ਹਾਂ ਕਰਦਾ ਹੈ ਜਿਵੇਂ ਉਹ ਵਿਸ਼ੇਸ਼ ਤੌਰ 'ਤੇ ਸਿਰਫ ਉਸੇ ਨੂੰ ਹੀ ਮਿਲਣ ਆਇਆ ਹੈ ਔਰ ਉਸ ਨੂੰ ਮਿਲ ਕੇ ਜੋ ਹੈ ਜਿਵੇਂ ਭਾਵ ਉਹ ਬੜਾ ਖੁਸ਼ ਹੈ ਜਾਂ ਦਿਲੋਂ ਉਸ ਨੂੰ ਮੁਹੱਬਤ ਕਰਦਾ ਹੈ, ਉਹ ਸਿਰਫ ਦਿਖਾਵਾ ਕਰਦਾ ਹੈ। ਭਾਵ ਇਸ ਤਰ੍ਹਾਂ ਲੇਖਕ ਨੇ ਗਾਰਗੀ ਨੇ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਅਜੋਕੇ ਯੁੱਗ ਦੇ ਵਿੱਚ ਜੋ ਦੋਸਤੀ ਹੈ ਉਹ ਮਹਿਜ਼ ਦਿਖਾਵਾ ਬਣ ਕੇ ਰਹਿ ਗਈ ਹੈ ਜਾਂ ਅੱਜ ਦੇ ਪੂੰਜੀਵਾਦੀ ਸਮਾਜ ਦੇ ਵਿੱਚ ਮਨੁੱਖ ਜੋ ਹੈ
ਉਸ ਦੇ ਲਈ ਦੋਸਤੀਆਂ ਦੀ ਜਾਂ ਰਿਸ਼ਤੇਦਾਰੀਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ। ਔਰ ਇੱਕ ਦੂਜੇ ਨੂੰ ਜੇਕਰ ਮਿਲਦੇ ਵੀ ਹਨ, ਭਾਵੇਂ ਸਾਲਾਂ ਬਾਅਦ ਮਿਲਦੇ ਹਨ, ਤੇ ਉਹਨਾਂ ਦੇ ਮਿਲਣ ਦਾ ਕਾਰਨ ਸੰਬੰਧਾਂ ਦੀ ਜੋ ਕਹਿ ਸਕਦੇ ਹਾਂ ਮਿਠਾਸ ਨੂੰ ਬਚਾ ਕੇ ਰੱਖਣਾ ਜਾਂ ਸੰਬੰਧਾਂ ਦੇ ਵਿੱਚ ਨਿੱਘ ਨੂੰ ਕਾਇਮ ਕਰਨਾ ਨਹੀਂ ਹੈ, ਸਗੋਂ ਆਪਣੇ ਨਿੱਜੀ ਸਵਾਰਥ ਹਨ ਜਿਨ੍ਹਾਂ ਦੀ ਪੂਰਤੀ ਦੇ ਲਈ ਉਹ ਇੱਕ ਦੂਜੇ ਨੂੰ ਮਿਲਣ ਵੀ ਆਉਂਦੇ ਹਨ। ਤਾਂ ਉਹ ਅਸਲ ਦੇ ਵਿੱਚ ਮਿਲਣਾ ਜੋ ਹੈ ਉਹ ਮਿਲਣਾ ਨਹੀਂ ਹੁੰਦਾ, ਸਗੋਂ ਦੂਸਰੇ ਨੂੰ ਆਪਣੀ ਚਾਲ ਦੇ ਵਿੱਚ ਫਸਾਉਣ ਦੀ ਇੱਕ ਕੋਸ਼ਿਸ਼ ਕਰਨਾ ਹੁੰਦਾ ਹੈ। ਜਿਵੇਂ ਕਿ ਬਾਂਕੇ ਲਾਲ ਤਿਵਾੜੀ ਹਰੀਸ਼ ਚੰਦਰ ਖੰਨਾ ਨੂੰ ਆਪਣੀ ਕੰਪਨੀ ਦੇ ਸ਼ੇਅਰ ਵੇਚਣਾ ਚਾਹੁੰਦਾ ਹੈ, ਪਰ ਹਰੀਸ਼ ਚੰਦਰ ਖੰਨਾ ਜੋ ਹੈ ਪਹਿਲਾਂ ਤਾਂ ਆਪਣੇ ਨੌਕਰ ਨੂੰ ਇਹ ਕਹਿ ਕੇ ਉਸ ਨੂੰ ਗੇਟ ਤੋਂ ਹੀ ਮੋੜ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਘਰ ਨਹੀਂ ਹੈ, ਪਰ ਜਦੋਂ ਧੱਕੇ ਨਾਲ ਬਾਂਕੇ ਲਾਲ ਤਿਵਾੜੀ ਅੰਦਰ ਆ ਹੀ ਜਾਂਦਾ ਹੈ ਤਾਂ ਹਰੀਸ਼ ਚੰਦਰ ਉਸ ਨੂੰ ਇੰਨੇ ਤਪਾਕ ਦੇ ਨਾਲ ਮਿਲਦਾ ਹੈ। ਭਾਵ ਇੱਥੇ ਇਹ ਜ਼ਾਹਿਰ ਕੀਤਾ ਹੈ ਲੇਖਕ ਨੇ ਕਿ ਅੱਜ ਦੇ ਦੌਰ ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਦੀ ਕਥਨੀ ਤੇ ਕਰਨੀ ਵਿੱਚ ਬੜਾ ਫਰਕ ਹੈ। ਦਿਲੋਂ ਕੁਝ ਹੋਰ ਹਨ ਤੇ ਉੱਤੋਂ ਕੁਝ ਹੋਰ ਜ਼ਾਹਿਰ ਕਰਦੇ ਹਨ, ਕਿਉਂਕਿ ਦਿਲੋਂ ਹਰੀਸ਼ ਚੰਦਰ ਖੰਨਾ ਕਿਸੇ ਵੀ ਕੀਮਤ ਤੇ ਤਿਵਾੜੀ ਨੂੰ ਮਿਲਣਾ ਨਹੀਂ ਚਾਹੁੰਦਾ, ਪਰ ਉਸ ਨੂੰ ਮਿਲ ਕੇ ਇਸ ਤਰ੍ਹਾਂ ਜ਼ਾਹਿਰ ਕਰਦਾ ਹੈ ਜਿਵੇਂ ਉਸ ਦੀ ਉਡੀਕ ਵਿੱਚ ਹੀ ਉਹ ਬੈਠਾ ਹੋਵੇ, ਜਾਂ ਉਸ ਨੂੰ ਮਿਲਣ ਤੋਂ ਬਿਨਾਂ ਜਿਵੇਂ ਉਸ ਦੀਆਂ ਬਾਹਾਂ ਉਦਰੀਆਂ ਹੋਣ, ਕਹਿ ਸਕਦੇ ਹਾਂ। ਇਸ ਤਰ੍ਹਾਂ ਦੋਵੇਂ ਜਿਹੜੇ ਨੇ ਉਹ ਬੜੇ ਸਵਾਰਥੀ ਅਤੇ ਕਮੀਨੇ ਕਿਸਮ ਦੇ ਦੋਵੇਂ ਸ਼ਖਸ ਨੇ, ਕਿਉਂਕਿ ਹਰੀਸ਼ ਚੰਦਰ ਖੰਨਾ ਜੋ ਹੈ ਉਸ ਨੂੰ ਪਤਾ ਹੈ ਕਿ ਬਾਂਕੇ ਲਾਲ ਤਿਵਾੜੀ ਬਿਨਾਂ ਮਤਲਬ ਤੋਂ ਉਸ ਨੂੰ ਮਿਲਣ ਨਹੀਂ ਆਇਆ, ਇਸ ਦੇ ਪਿੱਛੇ ਜ਼ਰੂਰ ਕੋਈ ਕਾਰਨ ਹੈ ਔਰ ਉਸ ਕਾਰਨ ਨੂੰ ਉਹ ਜਾਣਨਾ ਚਾਹੁੰਦਾ ਹੈ, ਔਰ ਜਾਣਨ ਤੋਂ ਬਾਅਦ ਜੋ ਹੈ ਉਸ ਦੀ ਫਿਲਮ ਕੰਪਨੀ ਦੇ ਜੋ ਸ਼ੇਅਰ ਨੇ ਉਹਨਾਂ ਨੂੰ ਨਾ ਲੈਣ ਦੇ ਲਈ ਪੂਰੀ ਪੁਰਜ਼ੋਰ ਕੋਸ਼ਿਸ਼ ਕਰਦਾ ਹੈ, ਤੇ ਫਿਰ ਆਪਣੇ ਦੁਆਰਾ ਲਿਖੇ ਗਏ ਇੱਕ ਨਾਵਲ ਦੀ ਭੂਮਿਕਾ ਲਿਖਵਾਉਣ ਦੇ ਲਈ ਵੀ ਉਸਨੂੰ ਸਿਫਾਰਿਸ਼ ਕਰਦਾ ਹੈ। ਅਸਲ ਦੇ ਵਿੱਚ ਨਾਵਲ ਦੀ ਭੂਮਿਕਾ ਲਿਖਾਉਣ ਦੀ ਸਿਫਾਰਿਸ਼ ਕਰਨਾ ਇੱਕ ਤਰ੍ਹਾਂ ਦੇ ਨਾਲ ਟਾਲਣ ਦੀ ਕੋਸ਼ਿਸ਼ ਹੈ ਕਿ ਬਾਂਕੇ ਲਾਲ ਤਿਵਾੜੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਟਾਲਿਆ ਜਾ ਸਕੇ, ਉਸ ਦੀਆਂ ਚਾਲਾਂ ਦੇ ਵਿੱਚ ਨਾ ਆ ਜਾਵੇ ਉਹ ਕਿਤੇ। ਭਾਵ ਇਸ ਤਰ੍ਹਾਂ ਦੋਵੇਂ ਦੋਸਤ ਜਿਹੜੇ ਨੇ ਇੱਕ ਦੂਜੇ ਨੂੰ ਆਪਣੀ ਚਾਲ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਨਿਰੰਤਰ ਦੂਜੇ ਦੀਆਂ ਚਾਲਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਵੀ ਨਵੇਂ-ਨਵੇਂ ਪੈਂਤੜੇ ਬਦਲਦੇ ਨੇ, ਔਰ ਉਹਨਾਂ ਪੈਂਤੜਿਆਂ ਦੇ ਵਿੱਚ ਦੋਵੇਂ ਹੀ ਮਾਹਿਰ ਨੇ ਤੇ ਦੋਵੇਂ ਹੀ ਇੱਕ ਦੂਜੇ ਦੀ ਚਾਲ ਦੇ ਵਿੱਚ ਫਸਦੇ ਨੇ। ਤੇ ਅੰਤ ਜੋ ਹੈ ਬਾਂਕੇ ਲਾਲ ਤਿਵਾੜੀ ਉਸ ਦੇ ਕੋਲੋਂ ਭਾਵ ਖੰਨਾ ਦੇ ਕੋਲੋਂ ਉਸ ਦੀ ਪੁਸਤਕ ਦਾ ਮੁਖਬੰਦ ਲਿਖਵਾਉਣ ਦੇ ਲਈ ਖਰੜਾ ਲੈ ਜਾਂਦਾ ਹੈ, ਤੇ ਬਾਂਕੇ ਲਾਲ ਤਿਵਾੜੀ ਉਸ ਨੂੰ ਇੱਕ ਪਰਫੋਰਮਾ ਦੇ ਜਾਂਦਾ ਹੈ ਜਿਸ ਦੇ ਉੱਤੇ ਉਸਨੇ ਸਾਈਨ ਕਰਕੇ ਭਰ ਕੇ ਬਾਅਦ ਦੇ ਵਿੱਚ ਭੇਜਣਾ ਹੁੰਦਾ ਹੈ। ਪਰ ਵਾਸਤਵ ਦੇ ਵਿੱਚ ਦੋਵੇਂ ਹੀ ਜਿਹੜੇ ਨੇ ਉਹ ਆਪੋ ਆਪਣੀ ਚਾਲ 'ਤੇ ਨੇ। ਬਾਂਕੇ ਲਾਲ ਇਹ ਸੋਚ ਰਿਹਾ ਹੈ ਕਿ ਜੇ ਉਸ ਦੀ ਕੰਪਨੀ ਦੇ ਸ਼ੇਅਰ ਉਹ ਤਾਂ ਖਰੀਦ ਲਵੇਗਾ, ਉਸ ਦੀ ਚਾਲ ਵਿੱਚ ਆ ਜਾਵੇਗਾ, ਪਰ ਉਸਨੇ ਖੁਦ ਉਸ ਦੀ ਪੁਸਤਕ ਦਾ ਮੁਖਬੰਦ ਨਹੀਂ ਲਿਖਵਾਉਣਾ। ਦੂਜੇ ਪਾਸੇ ਖੰਨਾ ਇਹ ਸੋਚ ਰਿਹਾ ਹੈ ਕਿ ਬਾਂਕੇ ਲਾਲ ਤਿਵਾੜੀ ਉਸ ਦੇ ਜਾਲ ਵਿੱਚ ਫਸ ਕੇ ਉਸ ਦੀ ਪੁਸਤਕ ਦਾ ਮੁਖਬੰਦ ਤਾਂ ਲਿਖਵਾ ਦੇਵੇਗਾ, ਪਰ ਖੰਨਾ ਜੋ ਹੈ ਉਸੇ ਟਾਈਮ ਹੀ ਉਸ ਦੁਆਰਾ ਲਿਖੇ ਗਏ ਜੋ ਦਿੱਤੇ ਗਏ ਪਰਫੋਰਮਾਂ ਨੂੰ ਪਾੜ ਕੇ ਰੱਦੀ ਦੀ ਟੋਕਰੀ ਦੇ ਵਿੱਚ ਸੁੱਟ ਦਿੰਦਾ ਹੈ। ਇਸ ਤਰ੍ਹਾਂ ਪਾਠਕ ਜਾਂ ਸਰੋਤਾ ਜੋ ਹੈ ਉਸ ਨੂੰ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੈ ਕਿ ਦੋਵਾਂ ਦੇ ਮਨ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਨਾ ਤਾਂ ਕੋਈ ਇੱਜ਼ਤ ਹੈ, ਨਾ ਸਤਿਕਾਰ ਹੈ, ਨਾ ਕੋਈ ਤਾਂਘ ਹੈ। ਦੋਵੇਂ ਹੀ ਇੱਕ ਦੂਜੇ ਨੂੰ ਵਰਤਣਾ ਚਾਹੁੰਦੇ ਹਨ ਤੇ ਦੋਵੇਂ ਹੀ ਆਪੋ ਆਪਣੇ ਮਕਸਦ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਭਾਵ ਨਾ ਤਾਂ ਤਿਵਾੜੀ ਉਸ ਦੇ ਕੰਮ ਆ ਸਕੇਗਾ ਤੇ ਨਾ ਹੀ ਖੰਨੇ ਨੇ ਤਿਵਾੜੀ ਦੇ ਕੰਮ ਆਉਣਾ ਹੈ। ਦੋਵੇਂ ਆਪੋ ਆਪਣੀ ਜਗ੍ਹਾ 'ਤੇ ਸੋਚ ਰਹੇ ਹਨ ਕਿ ਖੁਦ ਕਾਮਯਾਬ ਹੋ ਗਏ ਹਨ ਤੇ ਦੂਸਰੇ ਬੰਦੇ ਨੂੰ ਅਸੀਂ ਆਪਣੀ ਚਾਲ ਵਿੱਚ ਫਸਾ ਲਿਆ ਹੈ, ਪਰ ਪਾਠਕ ਜਾਂ ਸਰੋਤੇ ਨੂੰ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਅਸਲ ਦੇ ਵਿੱਚ ਦੋਵੇਂ ਹੀ ਪੂਰੀ ਤਰ੍ਹਾਂ ਨਾਕਾਮਯਾਬ ਰਹੇ ਹਨ। ਇਸ ਤਰ੍ਹਾਂ ਪੈਂਤੜੇਬਾਜ਼ ਇਕਾਂਗੀ ਦੇ ਰਾਹੀਂ ਗਾਰਗੀ ਨੇ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਅਜੋਕੇ ਪੂੰਜੀਵਾਦੀ ਦੌਰ ਦੇ ਵਿੱਚ ਹਰ ਮਨੁੱਖ ਦੂਸਰੇ ਮਨੁੱਖ ਨੂੰ ਆਪਣੀ ਚਾਲ ਦੇ ਵਿੱਚ ਫਸਾਉਣ ਦੀ ਸਿਰ ਤੋੜ ਕੋਸ਼ਿਸ਼ ਕਰਦਾ ਹੈ, ਯਤਨ ਕਰਦਾ ਹੈ, ਤੇ ਆਪ ਉਸ ਦੀਆਂ ਚਾਲਾਂ ਤੋਂ ਬਚੇ ਰਹਿਣ ਦੇ ਲਈ ਨਿਰੰਤਰ ਜੋ ਹੈ ਇੱਕ ਡਿਫੈਂਸ ਦੀ ਸਥਿਤੀ ਦੇ ਵਿੱਚ ਰਹਿੰਦਾ ਹੈ, ਔਰ ਅਸਲ ਦੇ ਵਿੱਚ ਦੋਵੇਂ ਜਿਹੜੇ ਨੇ ਉਹ ਪੂਰੀ ਤਰ੍ਹਾਂ ਨਾਕਾਮਯਾਬ ਹੁੰਦੇ ਨੇ ਔਰ ਮਾਨਵੀ ਗੁਣਾਂ ਤੋਂ ਸੱਖਣੇ ਹੁੰਦੇ ਨੇ। ਇਸ ਤਰ੍ਹਾਂ ਇਸ ਵਿਸ਼ੇ ਨੂੰ ਜੋ ਹੈ ਪੈਂਤੜੇਬਾਜ਼ ਇਕਾਂਗੀ ਦੇ ਰੂਪ ਦੇ ਵਿੱਚ ਬਲਵੰਤ ਗਾਰਗੀ ਨੇ ਅਜੋਕੇ ਸਮਾਜ ਦੀਆਂ ਦੋਸਤੀਆਂ ਦੇ ਉੱਪਰੋਂ ਵੀ ਪਰਦਾ ਚੁੱਕਿਆ ਹੈ ਤੇ ਮਨੁੱਖ ਦੀ ਜੋ ਸਵਾਰਥੀ ਬਿਰਤੀ ਹੈ
ਤੇ ਦੂਸਰਿਆਂ ਨੂੰ ਵਰਤਣ ਦੀ ਜੋ ਉਸ ਦੇ ਮਨ ਦੇ ਵਿੱਚ ਚਾਹਤ ਹੁੰਦੀ ਹੈ, ਆਪਣਾ ਵਿਕਾਸ ਕਰਨ ਦੀ ਜੋ ਚਾਹਤ ਹੁੰਦੀ ਹੈ, ਉਸ ਦੇ ਉੱਤੋਂ ਵੀ ਜੋ ਹੈ ਪਰਦਾ ਹਟਾ ਕੇ ਲੇਖਕ ਨੇ ਪਾਠਕ ਦੇ ਅਤੇ ਸਰੋਤੇ ਦੇ ਸਾਹਮਣੇ ਦੋਹਾਂ ਪਾਤਰਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ। ਸੋ ਵਿਸ਼ੇ ਪੱਖੋਂ ਇਸ ਇਕਾਂਗੀ ਨੂੰ ਅਸੀਂ ਇੱਕ ਨਰੋਇਆ ਵਿਸ਼ਾ ਕਹਿ ਸਕਦੇ ਹਾਂ, ਔਰ ਇਸ ਨੂੰ ਦੀ ਪਲਾਟ ਜੋ ਹੈ ਜਾਂ ਗੋਂਦ ਜੋ ਹੈ ਬੜੀ ਗੁੰਦਵੀਂ ਹੈ, ਪੀੜੀ ਹੈ, ਕਿਉਂਕਿ ਪਾਠਕ ਜਾਂ ਸਰੋਤੇ ਦਾ ਜਾਂ ਦਰਸ਼ਕ ਦਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਕਾਂਗੀ ਦੇ ਵਿੱਚ ਨਿਰੰਤਰ ਜੋ ਰੁਚੀ ਹੈ ਜਾਂ ਧਿਆਨ ਹੈ ਉਹ ਬਣਿਆ ਰਹਿੰਦਾ ਹੈ, ਉਤਸੁਕਤਾ ਬਣੀ ਰਹਿੰਦੀ ਹੈ। ਭਾਵ ਇਕਾਂਗੀ ਦਾ ਜੋ ਆਦ ਹੈ ਉਹ ਉਤਸੁਕਤਾ ਭਰਪੂਰ ਹੈ, ਤੇ ਮੱਧ ਵੀ ਸਫਲਤਾ ਸਹਿਤ ਪਾਠਕ ਨੂੰ, ਸਰੋਤੇ ਨੂੰ ਜਾਂ ਦਰਸ਼ਕ ਨੂੰ ਆਪਣੇ ਨਾਲ ਬੰਨ੍ਹ ਕੇ ਰੱਖਣ ਦੇ ਵਿੱਚ ਸਫਲ ਹੁੰਦਾ ਹੈ ਇਕਾਂਗੀਕਾਰ। ਅਤੇ ਅੰਤ ਦੇ ਵਿੱਚ ਲੇਖਕ ਜੋ ਹੈ ਇਸ ਆਪਣੇ ਮੌਲਿਕ ਵਿਸ਼ੇ ਸਦਕਾ ਜਾਂ ਇਸ ਨਰੋਏ ਜਾਂ ਨਵੀਨ ਵਿਸ਼ੇ ਸਦਕਾ ਜੋ ਹੈ ਇਕਾਂਗੀ ਦੇ ਪਲਾਟ ਦੇ ਵਿੱਚ ਨੂੰ ਗੁੰਦਵੇਂ ਰੂਪ ਦੇ ਵਿੱਚ ਪੇਸ਼ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਹੈ। ਇਸ ਇਕਾਂਗੀ ਦਾ ਉਦੇਸ਼, ਜਿਵੇਂ ਕਿ ਵਿਸ਼ੇ ਦੇ ਵਿੱਚ ਅਸੀਂ ਸਪਸ਼ਟ ਕਰ ਚੁੱਕੇ ਹਾਂ, ਕਿ ਅਜੋਕੇ ਪੂੰਜੀਵਾਦੀ ਸਮਾਜ ਦੇ ਵਿੱਚ ਜੋ ਮਨੁੱਖ ਦੀ ਫਿਤਰਤ ਹੈ ਉਸ ਨੂੰ ਪਾਠਕਾਂ ਜਾਂ ਦਰਸ਼ਕਾਂ ਦੇ ਸਾਹਮਣੇ ਨੰਗਿਆ ਕਰਨਾ, ਨੈਤਿਕ ਮੁੱਲਾਂ ਦੇ ਉੱਤੇ ਪਹਿਰਾ ਦੇਣ ਦੇ ਲਈ ਪ੍ਰੇਰਿਤ ਕਰਨਾ, ਕਿਉਂਕਿ ਅਜੋਕੇ ਦੌਰ ਦੇ ਵਿੱਚ ਮਨੁੱਖ ਦੇ ਵਿੱਚੋਂ ਜੋ ਮਾਨਵੀ ਕਦਰਾਂ ਕੀਮਤਾਂ ਮਨਫੀ ਹੋ ਚੁੱਕੀਆਂ ਹਨ ਉਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨਾ, ਔਰ ਨਾਲ ਦੀ ਨਾਲ ਇਹ ਜ਼ਾਹਿਰ ਕਰਨਾ ਕਿ ਅੱਜ ਦੇ ਦੌਰ ਦੇ ਵਿੱਚ ਮਨੁੱਖ ਜੋ ਹੈ ਜੇ ਕਿਸੇ ਨੂੰ ਮਿਲਦਾ ਵੀ ਹੈ ਤਾਂ ਉਹ ਆਪਣੇ ਜੋ ਹੈ ਸਵਾਰਥ ਦੇ ਲਈ ਮਿਲਦਾ ਹੈ। ਹਰ ਮਨੁੱਖ ਸਵੈ ਦਾ ਹਿਤੈਸ਼ੀ ਕਹਿ ਸਕਦੇ ਹਾਂ, ਜਾਂ ਇੰਨਾ ਸਵਾਰਥੀ ਹੋ ਚੁੱਕਿਆ ਹੈ ਕਿ ਮਤਲਬ ਤੋਂ ਬਿਨਾਂ ਤਾਂ ਉਹ ਕਿਸੇ ਨੂੰ ਦੋ ਪਲ ਮਿਲਣ ਦੇ ਲਈ ਵੀ ਰਾਜ਼ੀ ਨਹੀਂ ਹੁੰਦਾ। ਇਸ ਤੋਂ ਬਾਅਦ ਆ ਜਾਂਦਾ ਹੈ ਰੰਗਮੰਚ। ਰੰਗਮੰਚ ਦੀ ਦ੍ਰਿਸ਼ਟੀ ਤੋਂ ਇਸ ਇਕਾਂਗੀ ਨੂੰ ਅਸੀਂ ਸਫਲ ਇਕਾਂਗੀ ਦਾ ਦਰਜਾ ਦੇ ਸਕਦੇ ਹਾਂ, ਕਿਉਂਕਿ ਇਸ ਇਕਾਂਗੀ ਦੇ ਵਿੱਚ ਜੋ ਹੈ ਰੰਗਮੰਚੀ ਲੋੜਾਂ ਨੂੰ ਮੁੱਖ ਰੱਖ ਕੇ ਹੀ ਲਿਖਿਆ ਗਿਆ ਇਕਾਂਗੀ ਹੈ। ਪਾਤਰਾਂ ਦੀ ਗਿਣਤੀ ਸਿਰਫ 4 ਦੱਸੀ ਹੈ, ਕਿਉਂਕਿ ਇਸ ਦੇ ਵਿੱਚ ਹਰੀਸ਼ ਚੰਦਰ ਖੰਨਾ ਦੀ ਬੇਟੀ ਅਤੇ ਇੱਕ ਨੌਕਰ, ਇਹ ਦੋਵੇਂ ਗੌਣ ਪਾਤਰ ਹਨ, ਇਹਨਾਂ ਦਾ ਬਹੁਤ ਛੋਟਾ ਰੋਲ ਹੈ। ਤੇ ਬਾਂਕੇ ਲਾਲ ਤਿਵਾੜੀ ਅਤੇ ਖੰਨਾ ਜੋ ਹਨ ਦੋਵੇਂ ਬਰਾਬਰ ਦੇ ਪਾਤਰ ਹਨ, ਔਰ ਨਾਟਕ ਨੂੰ ਬੰਨ੍ਹਣ ਦੇ ਵਿੱਚ, ਨਾਟਕ ਦੀ ਕਹਾਣੀ ਦਾ ਕੇਂਦਰ ਬਿੰਦੂ ਬਣ ਕੇ ਨਿਰੰਤਰ ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਨੂੰ ਬਣਾਈ ਰੱਖਣ ਦੇ ਵਿੱਚ ਸਫਲ ਰਹਿੰਦਾ ਹੈ ਲੇਖਕ। ਪਾਤਰ ਉਸਾਰੀ ਜਿਵੇਂ ਕਿ ਪਹਿਲਾਂ ਸਪਸ਼ਟ ਹੋ ਚੁੱਕੀ ਹੈ। ਵਾਰਤਾਲਾਪ ਇਸ ਇਕਾਂਗੀ ਦੇ ਵਿੱਚ ਬੜੇ ਚੁਸਤ ਹਨ, ਨਵੇਂ ਹਨ, ਅਤੇ ਪਾਠਕ ਨੂੰ ਆਪਣੇ ਨਾਲ ਬੰਨ੍ਹ ਕੇ ਰੱਖਣ ਦੇ ਵਿੱਚ ਲੇਖਕ ਸਫਲ ਰਹਿੰਦਾ ਹੈ। ਸਿਰਲੇਖ ਪੱਖੋਂ ਵੀ ਇਸ ਇਕਾਂਗੀ ਨੂੰ ਅਸੀਂ ਇੱਕ ਸਫਲ ਇਕਾਂਗੀ ਦਾ ਦਰਜਾ ਦੇ ਸਕਦੇ ਹਾਂ। ਸੋ ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਪੈਂਤੜੇਬਾਜ਼ ਇਕਾਂਗੀ ਆਪਣੇ ਨਵੇਂ ਵਿਸ਼ੇ ਸਦਕਾ, ਗੁੰਦਵੇਂ ਪਲਾਟ ਸਦਕਾ, ਨਰੋਏ ਉਦੇਸ਼ ਸਦਕਾ, ਰੰਗਮੰਚ ਦੀਆਂ ਖੂਬੀਆਂ ਸਦਕਾ ਜੋ ਹੈ ਇੰਨਾ ਸਫਲ ਇਕਾਂਗੀ ਹੈ ਕਿ ਇਸ ਨੂੰ ਬਲਵੰਤ ਗਾਰਗੀ ਦੀ ਇੱਕ ਉਤਕ੍ਰਿਸ਼ਟ ਰਚਨਾ ਵਜੋਂ ਅਸੀਂ ਜਾਣ ਸਕਦੇ ਹਾਂ ਜਾਂ ਸਮਝ ਸਕਦੇ ਹਾਂ। ਸੋ ਉਮੀਦ ਹੈ ਕਿ ਪੈਂਤੜੇਬਾਜ਼ ਇਕਾਂਗੀ ਦੇ ਬਾਰੇ ਵਿੱਚ BA ਫਸਟ ਈਅਰ ਦੇ ਜਿਹੜੇ ਵਿਦਿਆਰਥੀ ਨੇ ਉਹ ਪੂਰੀ ਤਰ੍ਹਾਂ ਸਪਸ਼ਟ ਹੋ ਗਏ ਹੋਣਗੇ। ਸੋ ਇਸ ਚੈਨਲ ਨੂੰ ਵੇਖਦੇ ਰਹਿਣਾ ਅਤੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ। ਮਿਲਾਂਗੇ ਅਗਲੇ ਵੀਡੀਓ ਦੇ ਵਿੱਚ ਅਗਲੇ ਇਕਾਂਗੀ ਨੂੰ ਲੈ ਕੇ। ਤਦ ਤੱਕ ਲਈ ਇਜਾਜ਼ਤ। ਧੰਨਵਾਦ।